ਹਲਕਾ ਰਾਏਕੋਟ ਅਧੀਨ ਪੈਂਦੇ ਪਿੰਡ ਹੇਰਾਂ ਤੇ ਲਾਗਲੇ ਪਿੰਡਾਂ ਵਿੱਚ ਬੀਤੇ ਦਿਨੀ ਤੇਜ਼ ਹਨੇਰੀ ਅਤੇ ਬਿਜਲੀ ਕਾਰਨ ਕਣਕ ਨੂੰ ਅੱਗ ਲੱਗ ਗਈ ਸੀ, ਜਿਸ ਦੇ ਚੱਲਦੇ ਲਗਭਗ 350 ਏਕੜ ਦੇ ਕਰੀਬ ਕਿਸਾਨਾਂ ਦੀ ਖੜੀ ਕਣਕ ਸੜ ਕੇ ਸਵਾਹ ਹੋ ਗਈ ਸੀ। ਜਿਸ ਦਾ ਜਾਇਜ਼ਾ ਲੈਣ ਪਹੁੰਚੇ ਤਹਿਸੀਲਦਾਰ ਪਵਨਜੀਤ ਸਿੰਘ ਨੇ ਕਿਹਾ ਕਿ ਕੱਲ ਕਿਸਾਨਾਂ ਦੀ ਕਣਕ ਨੂੰ ਅੱਗ ਲੱਗਣਾ ਬਹੁਤ ਹੀ ਮੰਦਭਾਗੀ ਘਟਨਾ ਹੈ। ਉਹਨਾਂ ਕਿਹਾ ਕਿ ਪ੍ਰਸ਼ਾਸਨ ਪੂਰੀ ਤਰ੍ਹਾਂ ਕਿਸਾਨਾਂ ਦੇ ਨਾਲ ਹੈ, ਪੜਤਾਲ ਕਰਕੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰਾਂਗੇ। ਅੱਜ ਕੱਲ ਜਿਹੜੀ ਇੱਥੇ ਅੱਗ ਲੱਗਣ ਕਾਰਨ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ। ਅੱਗ ਦੇ ਨਾਲ ਚੱਕ ਸੱਜਾਪੁਰ ਤੋਂ ਲੈ ਕੇ ਜੋ ਜਗਰਾਉਂ 'ਚ ਪੈਂਦਾ ਪਿੰਡ, ਉਹ ਉੱਥੋਂ ਅੱਗ ਲੱਗ ਕੇ ਪਿੰਡ ਹੇਰਾਂ ਤੇ ਇੱਥੇ ਸਾਡੇ ਚੱਕ ਸੱਜਾਵਾਲ ਦੇ ਵਿੱਚ ਲਗਭਗ ਪੌਣੇ 200 ਏਕੜ ਕਣਕ ਜਿਹੜੀ ਉਹ ਸੜ ਕੇ ਸੁਆਹ ਹੋ ਚੁੱਕੀ ਹੈ। ਤੇ ਇਹਦੇ ਵਿੱਚ ਕੋਈ 20 ਏਕੜ ਮੇਰੇ ਖਿਆਲ ਨਾੜ ਹੈ। ਅਸੀਂ ਐਸਟੀਮੇਟ ਲਾ ਰਹੇ ਹਾਂ। ਸਾਡੇ ਪਟਵਾਰੀ ਕਨਗੋ ਸਾਹਿਬ ਇੱਥੇ ਆਏ ਹੋਏ ਨੇਗੇ, ਅਸੀਂ ਉਹਨਾਂ ਦੀ ਜਿਹੜੀ ਹੈਗੀ ਆ ਪੜਤਾਲ ਕਰ ਰਹੇ ਹਾਂ। ਤੇ ਬਾਕੀ ਪੂਰੀ ਰਿਪੋਰਟ ਅਸੀਂ ਲਿਖਤੀ ਤੌਰ 'ਤੇ ਐਸਡੀਐਮ ਸਾਹਿਬ ਨੂੰ ਭੇਜ ਕੇ ਤੇ ਅੱਗੇ ਡੀਸੀ ਸਾਹਿਬ ਤੋਂ ਯੋਗ ਮੰਗ ਕਰਾਂਗੇ ਵੀ ਤਾਂ ਕਿ ਅਸੀਂ ਜੋ ਕਿਸਾਨਾਂ ਦੀ ਹੈਲਪ ਆ ਉਹ ਕੀਤੀ ਜਾਵੇ। ਤੇ ਬਹੁਤ ਪਿੰਡਾਂ ਵਾਲਿਆਂ ਦੇ ਆਲੇ ਦੁਆਲੇ ਪਿੰਡਾਂ ਵਾਲਿਆਂ ਦਾ ਬਹੁਤ ਸਹਿਯੋਗ ਨਾਲ ਇਹ ਅੱਗ ਬੁਝਾਈ ਗਈ ਆ, ਕਾਬੂ ਪਾਈ ਗਈ। ਇਹਨਾਂ ਨੇ ਬੜੀ ਹਿੰਮਤ ਕੀਤੀ ਆ, ਪਰੰਤੂ ਬਹੁਤ ਮਨ ਦੁਖੀ ਹੈ ਇਸ ਦਾ ਵੀ ਬਹੁਤ ਮੰਦਭਾਗੀ ਘਟਨਾ ਹੋਈ ਹੈ। ਅਸੀਂ ਬੜਾ ਅਫਸੋਸ ਕਰਦੇ ਹਾਂ। ਅਸੀਂ ਪ੍ਰਸ਼ਾਸਨ ਵੱਲੋਂ ਇਸ ਕਿਸਾਨਾਂ ਨੂੰ ਪੂਰਾ ਸਹਿਯੋਗ ਦੇਵਾਂਗੇ ਜਿੰਨਾ ਵੀ ਹੋ ਸਕੇ। ਸਰ ਕਿਤੇ ਨਾ ਕਿਤੇ ਜਿਹੜਾ ਕੱਲ ਤਕਰੀਬਨ 2 ਘੰਟੇ ਇੱਥੇ ਅੱਗ ਨੇ ਪਿੰਡਾਂ ਵਿੱਚ ਜਿਹੜੀ ਕਣਕ ਪਹੁੰਚੀ ਹੋਈ ਸੀ, ਹਾਂਜੀ, ਜਿੱਥੇ ਕਿਸਾਨ ਵੀ ਹਾਂਜੀ ਪੂਰੇ ਪਿੰਡਾਂ ਦੇ ਪਹੁੰਚੇ, ਪਰ ਉੱਥੇ ਸਰਕਾਰੀ ਜਦੋਂ ਕੋਈ ਮੁਲਾਜ਼ਮ ਨਾ ਪਹੁੰਚੇ ਤਾਂ ਉਦੋਂ ਮਨ ਦੇ ਵਿੱਚ ਰੋਸ ਜਾਂਦਾ, ਕਿਸਾਨਾਂ ਦੇ ਵਿੱਚ ਰੋਸ ਜਾਂਦਾ। ਇਹ ਗੱਲ ਬਿਲਕੁਲ ਜਾਂਦਾ ਜੀ, ਕਿਤੇ ਜਿਹੜਾ ਸਰਕਾਰੀ ਮੁਲਾਜ਼ਮ ਨਾ ਪਹੁੰਚੇ ਬਿਲਕੁਲ ਜਾਂਦਾ ਜੀ। ਕੱਲ ਸਾਨੂੰ ਵੀ ਲੇਟ ਪਤਾ ਲੱਗਿਆ ਤੇ ਹਨੇਰੀ ਕਾਰਨ ਮੌਸਮ ਸ਼ਾਮ ਤੱਕ ਹੀ ਖਰਾਬ ਰਿਹਾ ਤੇ ਦਰਖਤਾਂ ਸੜਕਾਂ 'ਤੇ ਵੀ ਦਰਖਤ ਡਿੱਗੇ ਹੋਏ ਸੀਗੇ, ਕਿਸੇ ਪਾਸੇ ਕੋਈ ਲੰਘਣ ਨੂੰ ਜਗ੍ਹਾ ਨਹੀਂ ਸੀਗਾ। ਫਿਰ ਵੀ ਅਸੀਂ ਆਪਣੇ ਭੇਜੇ ਸੀਗੇ ਜੀ ਪਟਵਾਰੀ ਸਾਹਿਬ ਦੇ ਤੇ ਕਾਨਗੋ ਸਾਹਿਬ ਵੀ ਭੇਜੇ ਸੀਗੇ। ਨਹੀਂ ਇੱਥੇ ਰੋਸ ਤਾਂ ਹੈ, ਮੰਨਦੇ ਅਸੀਂ ਤੁਹਾਡੀ ਗੱਲ, ਅਸੀਂ ਐਗਰੀ ਕਰਦੇ ਹਾਂ ਇਸ ਗੱਲ ਦੀ। ਕੀ ਸਰ ਕਿਸਾਨਾਂ ਦਾ ਹੁਣ ਇੱਥੇ ਜਿਹੜਾ ਮੁਆਵਜ਼ਾ ਉਹਨਾਂ ਨੂੰ ਦਿੱਤਾ ਜਾਵੇ? ਹਾਂਜੀ ਹਾਂ, ਬਿਲਕੁਲ। ਜੋ ਅਸੀਂ ਰਿਪੋਰਟ ਹਜੇ ਅਸੀਂ ਅੰਦਾਜ਼ਨ ਰਿਪੋਰਟ ਭੇਜ ਰਹੇ ਹਾਂ, ਬਾਕੀ ਅਸੀਂ ਇਕੱਲੇ ਕਨਾਲ ਕਿੱਲਾ ਪਰਖ ਕਰਕੇ ਰਿਪੋਰਟ ਲਿਖਤੀ ਤੌਰ 'ਤੇ ਭੇਜਾਂਗੇ ਉਹਨਾਂ ਨੂੰ, ਡਿਪਟੀ ਸਾਹਿਬ ਨੂੰ, ਡਿਪਟੀ ਕਮਿਸ਼ਨਰ ਸਾਹਿਬ ਨੂੰ। ਇਸ ਮੌਕੇ ਕਿਸਾਨਾਂ ਦੇ ਨਾਲ ਹਮਦਰਦੀ ਕਰਨ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਗੁਰਪ੍ਰੀਤ ਸਿੰਘ ਨੂਰਪੁਰਾ ਨੇ ਕਿਹਾ ਕਿ ਜਿੱਥੇ ਪਹਿਲਾਂ ਹੀ ਕਣਕ ਦਾ ਝਾੜ ਘੱਟ ਹੈ, ਉੱਥੇ ਕਿਸਾਨਾਂ ਨੂੰ ਕੁਦਰਤ ਦੀ ਕਰੋਪੀ ਦੀ ਵੀ ਮਾਰ ਝੱਲਣੀ ਪੈ ਰਹੀ ਹੈ। ਉਹਨਾਂ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਹੋਈ ਫਸਲ ਦੇ ਨੁਕਸਾਨ ਲਈ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਪ੍ਰੀਤ ਸਿੰਘ ਨੂਰਪੁਰਾ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਰਾਏਕੋਟ ਪ੍ਰਧਾਨ। ਅੱਜ ਅਸੀਂ ਹੇਰਾ ਪਿੰਡ ਦੇ ਵਿੱਚ ਪਹੁੰਚੇ ਹਾਂ, ਜੋ ਕਿ ਕੱਲ੍ਹ ਬੜੀ ਹੀ ਮੰਦਭਾਗੀ ਘਟਨਾ ਜਿਹੜੀ ਵਾਪਰੀ ਹੈ ਸਾਡੇ ਕਿਸਾਨ ਭਰਾਵਾਂ ਦੇ ਨਾਲ। ਕਿਉਂਕਿ ਹਾੜੀ ਦਾ ਸੀਜ਼ਨ ਹੋਣ ਕਰਕੇ ਜਿੱਥੇ ਕਿਸਾਨ ਖੇਤਾਂ 'ਚ ਆਪਣੀ 6 ਮਹੀਨਿਆਂ ਤੋਂ ਪੱਕੀ ਫਸਲ ਨੂੰ ਵੱਢਣ ਲਈ ਉਹ ਤਿਆਰ ਖੇਤਾਂ 'ਚ ਖੜੀ ਆ, ਉੱਥੇ ਇਸ ਵਾਰ ਜਿੱਥੇ ਪਹਿਲਾਂ ਹੀ ਮਾਰ ਪਈ ਹੋਈ ਆ ਕਿਸਾਨਾਂ 'ਤੇ, ਕਿਉਂਕਿ ਗਰਮੀ ਜ਼ਿਆਦਾ ਹੋਣ ਕਰਕੇ ਝਾੜ 5-6 ਕੁਇੰਟਲ ਕਿੱਲੇ ਪਿੱਛੇ ਘੱਟ ਨਿਕਲ ਰਿਹਾ, ਉੱਥੇ ਹੀ ਕੁਦਰਤੀ ਇਸ ਕਰੋਪੀ ਨੇ ਕਿ ਜਿਹੜੇ ਇੱਥੇ ਕੱਲ੍ਹ ਜਦੋਂ ਮੀਂਹ ਹਨੇਰੀ ਆਈ ਆ, ਕੱਲ੍ਹ ਤੂਫਾਨ ਆਇਆ, ਉਸ ਟਾਈਮ ਇੱਥੋਂ ਹੱਦ 'ਤੇ ਖੜ੍ਹੇ ਹਾਂ ਅਸੀਂ ਤਕਰੀਬਨ ਛੱਜਾਲ ਦੇ ਹੇਰਾਂ ਦੀ ਤੋਂ। ਇੱਥੋਂ ਪਤਾ ਨਹੀਂ ਕਿੱਥੋਂ ਕੋਈ ਚੰਗਿਆੜਾ ਕਿਵੇਂ ਉੱਡ ਕੇ ਆਇਆ ਤਾਂ ਉਹਨੇ ਇੱਕ ਲਾਂਬੂ ਵਾਂਗੂ ਤਕਰੀਬਨ ਲਗਭਗ 20-25 ਏਕੜ ਛੱਜਾਲ ਤੇ ਨਾਲ 125 ਕਿੱਲੇ ਤੋਂ ਉੱਤੇ ਜਿਹੜੇ ਦੱਸ ਰਹੇ ਨੇ ਕਿ ਮੌਕੇ ਦੇ ਅਫਸਰ ਵੀ ਆਏ ਆ, ਅਜੇ ਪੂਰੀ ਤਸੱਲੀ ਵੀ ਕਰ ਰਹੇ ਆ ਕਿ ਕਿੰਨਾ ਰਕਬਾ ਵਾ, ਅਜੇ ਪੂਰਾ ਪ੍ਰੋਪਰ ਨਹੀਂ ਹੋਇਆ, ਜਿਹਦੇ ਨਾਲ ਖੜੀ ਪੁੱਤਾਂ ਵਾਂਗੂ ਪਾਲੀ ਫਸਲ ਉਹ ਅੱਗ ਦੀ ਲਪੇਟ ਵਿੱਚ ਆ ਗਈ। ਤੇ ਜਿਹਨੂੰ ਰੋਕਣ ਲਈ ਸਾਡੇ ਕਿਸਾਨਾਂ ਭਰਾਵਾਂ ਨੇ ਜਦੋਂ ਵੀ ਪਤਾ ਲੱਗਿਆ ਆਲੇ ਦੁਆਲੇ ਪਿੰਡਾਂ ਤੋਂ ਟਰੈਕਟਰਾਂ ਨੂੰ ਲੈ ਕੇ ਜੋ ਵੀ ਉਹਨਾਂ ਦੇ ਕੋਲੇ ਹੱਥ ਜੋ ਵੀ ਚੀਜ਼ ਮਿਲੀ ਤਾਂ ਉਹਨਾਂ ਨੇ ਵੱਡੀ ਪੱਧਰ 'ਤੇ ਆ ਕੇ ਇੱਥੇ ਉਸ ਚੱਲਦੇ ਤੂਫਾਨ ਦੇ ਵਿੱਚ ਅੱਗ ਨੂੰ ਕਾਬੂ ਕਰਨ ਦੇ ਵਿੱਚ ਬਹੁਤ ਮਸ਼ੱਕਤ ਕੀਤੀ ਤੇ ਫਿਰ ਵੀ ਬਹੁਤ ਵੱਡਾ ਨੁਕਸਾਨ ਹੋਇਆ। ਜੋ ਅੱਜ ਨੁਕਸਾਨ ਨੂੰ ਅੱਜ ਇੱਥੋਂ ਮੌਕੇ 'ਤੇ ਹੁਣ ਨਾਇਬ ਤਹਿਸੀਲਦਾਰ ਖੇਤੀਬਾੜੀ ਅਫਸਰ ਉਹ ਵੀ ਪਹੁੰਚੇ ਆ ਤੇ ਉੱਥੇ ਅਸੀਂ ਵੀ ਪਹੁੰਚੇ ਹਾਂ ਤੇ ਕਿਸਾਨਾਂ ਭਰਾਵਾਂ ਨਾਲ ਜਿੰਨਾ ਵੀ ਮੋਢੇ ਦਾ ਮੋਢਾ ਜੋੜ ਕੇ ਸਕੀਏ ਉਹਦੇ ਲਈ ਪਹੁੰਚੇ ਹਾਂ। ਇਹਨਾਂ ਕਿਸਾਨ ਭਰਾਵਾਂ ਲਈ ਸਰਕਾਰ ਤੋਂ ਕੀ ਮੰਗ ਰਹੇ? ਇਸ ਕਿਸਾਨ ਭਰਾਵਾਂ ਲਈ ਸਰਕਾਰ ਤੋਂ ਜੀ ਅਸੀਂ ਜੋ ਮੁਆਵਜ਼ਾ, ਕਿਉਂਕਿ ਅਸੀਂ ਤਾਂ ਪਹਿਲਾਂ ਹੀ ਇਹ ਚੀਜ਼ ਦੀ ਰੱਖੀ ਆ ਜਿਹੜਾ ਇਸ ਵਾਰ
ਕਿਸਾਨਾਂ ਦਾ ਪ੍ਰਤੀ ਏਕੜ ਪਿੱਛੇ ਜਿਹੜਾ ਕਣਕ ਘੱਟ ਨਿਕਲ ਰਹੀ ਆ, ਅਸੀਂ 300 ਰੁਪਈਆ ਬੋਨਸ ਸਰਕਾਰ ਨੂੰ ਅਸੀਂ ਕੱਲ੍ਹ ਹੀ ਮੰਗ ਪੱਤਰ ਦੇ ਕੇ ਹਟੇ ਆ, ਜਿਹਦੇ ਵਿੱਚ ਅਸੀਂ ਐਸਡੀਐਮ ਦਫ਼ਤਰਾਂ ਦਿੱਤੇ ਆ ਕਿ ਜਿਹੜੀਆਂ ਸਾਡੀਆਂ ਐਮਐਸਪੀ ਦੇ ਨਾਲ ਅਜੇ ਮੰਗਾਂ ਖੜੀਆਂ ਨੇ, ਜਿਹੜੀਆਂ ਕਿਸਾਨੀ ਅੰਦੋਲਨ ਦੇ ਨਾਲ ਉਹਦੇ 'ਚ ਅਸੀਂ ਜਿਹੜੀ ਇਸ ਵਾਰ ਝਾੜ ਘੱਟ ਨਿਕਲਿਆ 300 ਰੁਪਏ ਸਰਕਾਰ ਤੋਂ ਅਸੀਂ ਬੋਨਸ ਦੀ ਮੰਗ ਕੀਤੀ ਹੈ ਕੁਆਂਟਲ ਪਿੱਛੇ, ਕਿ ਸਾਡੇ ਕਿਸਾਨਾਂ ਨੂੰ ਜਿਹੜੇ ਉਹਨਾਂ ਦੀ ਆਰਥਿਕ ਹਾਲਾਤ ਠੀਕ ਹੋਣ। ਤੇ ਹੁਣ ਜਿਹੜੀ ਇਸ ਤਰ੍ਹਾਂ ਦਾ ਜਿਹੜਾ ਕਹਿ ਲਈਏ ਕਿ 100% ਹੀ ਨੁਕਸਾਨ ਹੋ ਗਿਆ, ਜਿਹਦੇ ਵਿਚਾਰੇ ਦੇ 6 ਮਹੀਨੇ ਘਰੇ ਦਾਣੇ ਜਾਣੇ ਸੀ, ਤੇ ਉਹ ਸਾਡੇ ਡੰਗਰ ਖੜੇ ਨੇ ਭੁੱਖੇ, ਜਿਨ੍ਹਾਂ ਨੂੰ ਤੂੜੀ ਸਾਰਾ ਸਾਲ ਵਰਤਣੀ ਆ, ਉਹ ਭੋਰਾ ਇੱਕ ਤਿਣਕਾ ਨਹੀਂ ਬਚਿਆ। ਤੇ ਅਸੀਂ ਤਾਂ ਸਰਕਾਰ ਤੋਂ ਇਹ ਪੂਰੀ ਮੰਗ ਕਰਾਂਗੇ, ਜਿਹਨੇ ਉਹਨਾਂ ਨੂੰ ਵੱਧ ਤੋਂ ਵੱਧ, ਜਿਨ੍ਹਾਂ ਦਾ 100% ਨੁਕਸਾਨ ਹੋਇਆ, ਉਹਨਾਂ ਨੂੰ 100% ਮੁਆਵਜ਼ਾ ਦਿੱਤਾ ਜਾਵੇ। ਪੂਰੀ ਚੰਗੀ ਤਰ੍ਹਾਂ ਉਹਦੀ ਪੜਤਾਲ ਕਰਕੇ ਜਿੰਨਾ ਵੀ ਹੋ ਸਕਦਾ ਵੱਧ ਤੋਂ ਵੱਧ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਉਹਨਾਂ ਨੂੰ ਚਾਰੇ ਤੇ ਉਹਨਾਂ ਦੇ ਦਾਣਿਆਂ ਦੇ ਜੋਗੇ ਜਿੰਨੀ ਆਪਣੇ ਪ੍ਰਤੀ ਏਕੜ ਆਪਣੇ ਹਿਸਾਬ ਨਾਲ ਨਿਕਲਦੀ ਹੈ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਹਲਕੇ ਦੇ ਲੋਕ ਜਿਹੜੇ ਹੈਗੇ ਆ, ਜਿਵੇਂ ਰਾਏਕੋਟ ਹਲਕੇ ਦੀ ਗੱਲ ਕਰ ਲਈਏ, ਹਲਕੇ ਦੇ ਰਾਏਕੋਟ ਨੁਮਾਇੰਦਾ ਚੁਣਦੇ ਆ, ਉਹ ਨੁਮਾਇੰਦਾ ਚੁਣਦੇ ਆ ਵੀ ਸਾਡੇ ਮਾਲੀ ਜਾਨੀ ਮਾਲੀ ਨੁਕਸਾਨ ਜਦੋਂ ਕੋਈ ਹੁੰਦਾ ਉਹ ਸਾਡੇ ਵਿੱਚ ਵਿਚਰੇ, ਪਰ ਇੱਥੇ ਸਰਕਾਰੀ ਕੋਈ ਨੁਮਾਇੰਦਾ ਕੋਈ ਨਹੀਂ ਪਹੁੰਚਿਆ, ਸਾਡਾ ਚੁਣਿਆ ਹੋਇਆ ਐਮਐਲਏ ਇੱਥੇ ਨਹੀਂ ਪਹੁੰਚਿਆ। ਕੀ ਕਹਿਣਾ ਚਾਹੋਗੇ ਜੀ? ਦੇਖੋ ਜੀ, ਲੋਕਾਂ ਨੂੰ ਕਿਉਂਕਿ ਲੋਕ ਸੋਚਦੇ ਨੇ ਕਿ ਅਸੀਂ ਕੋਈ ਉਸ ਅੱਗੇ ਉਹ ਸਰਕਾਰਾਂ ਆ ਗਈਆਂ, ਦੂਜੀਆਂ ਚਲੀਆਂ ਗਈਆਂ, ਕੋਈ ਅਸੀਂ ਨਵਾਂ ਚੁਣ ਲਾਂਗੇ, ਲੋਕਾਂ ਦੇ ਵਿੱਚ ਇਹ ਆਸ ਆ। ਪਰ ਅਸੀਂ ਕਿਸੇ ਰਾਜਨੀਤਿਕ ਬੰਦੇ ਦੀ ਗੱਲ ਨਹੀਂ ਕਰਦੇ, ਅਸੀਂ ਤਾਂ ਸਾਰੇ ਆਪਦੇ ਕਿਸਾਨ ਭਰਾਵਾਂ ਨੂੰ, ਮਜ਼ਦੂਰ ਭਰਾਵਾਂ ਨੂੰ, ਜਿਹੜਾ ਕਿਸਾਨ ਮਜ਼ਦੂਰ ਦਾ ਏਕਤਾ ਦੇ ਨਾਅਰੇ ਨਾਲ ਅਸੀਂ ਦੇ ਕਾਲੇ ਕਾਨੂੰਨ ਖੇਤੀ ਰੱਦ ਕਰਾਇਆ, ਲੋਕਾਂ ਨੂੰ ਇਹੀ ਜਾਗਰੂਕਤਾ ਕਰਾ ਰਹੇ ਹਾਂ ਕਿ ਭਰਾਵੋ ਤੁਹਾਡਾ ਏਕਾ ਹੀ ਸਭ ਤੋਂ ਵੱਡਾ ਵਾ, ਸਰਕਾਰਾਂ ਕੋਈ ਵੱਡੀਆਂ ਨਹੀਂ। ਸਰਕਾਰਾਂ ਨੂੰ ਤੁਸੀਂ ਵੱਡੇ ਤੋਂ ਪੱਧਰ ਤੱਕ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਜਿੱਥੇ ਝੁਕਾ ਸਕਦੇ ਆ, ਤਾਂ ਇਹ ਲੋਕਲ ਸਰਕਾਰਾਂ ਕੀ ਨੇ? ਕਿਉਂਕਿ ਕਿਸੇ ਤੋਂ ਆਸ ਰੱਖਣੀ, ਅਸੀਂ ਇਹ ਸਾਡਾ ਨਾਅਰਾ ਵੀ ਆ ਕਿ ਸਰਕਾਰਾਂ ਤੋਂ ਨਾ ਝਾਕ ਕਰੋ, ਆਪਣੀ ਰਾਖੀ ਆਪ ਕਰੋ। ਜੇ ਐਂ ਹੀ ਅਸੀਂ ਭਾਈਚਾਰੇ ਨਾਲ ਅਸੀਂ ਇੱਕ ਦੂਜੇ ਨਾਲ ਸਾਰਾ ਅਸੀਂ ਇਹ 'ਤੇ ਕੰਟਰੋਲ ਕਰ ਸਕਦੇ ਹਾਂ। ਕਿਹੜੀਆਂ ਇੱਥੇ ਫਾਇਰ ਬ੍ਰਿਗੇਡਾਂ ਆ ਗਈਆਂ? ਤੁਸੀਂ ਆ ਕੱਲ੍ਹ ਦੀ ਵੀ ਗੱਲ ਆ ਕਿ ਰਾਏਕੋਟ ਦੇ ਵਿੱਚ ਫਾਇਰ ਬ੍ਰਿਗੇਡ ਲਿਆ ਕੇ ਚਿੱਟਾ ਹਾਥੀ ਖੜਾਤਾ, ਉਹਨੂੰ ਚਲਾਉਣ ਵਾਲਾ ਹੈ ਹੀ ਨਹੀਂ। ਫਿਰ ਉਹ ਕਾਹਦੀ ਉਹ ਡਿਵੈਲਪਮੈਂਟ ਦੀਆਂ ਗੱਲਾਂ ਕਰਦੇ ਹੋ? ਜੇ ਆਪਾਂ ਜੇਲ੍ਹ ਰੱਖਣੀ ਆ ਐਡੀ ਵੱਡੀ, ਸਾਡੀ ਮਤਲਬ 70-75 ਪਿੰਡ ਪੈਂਦੇ ਨੇ, ਇੱਕ ਫਾਇਰ ਬ੍ਰਿਗੇਡ ਇਹਨੂੰ ਕਿੱਥੋਂ ਕਵਰ ਕਰ ਲੂਗੀ? ਘੱਟੋ ਘੱਟ 2-3 ਫਾਇਰ ਬ੍ਰਿਗੇਡਾਂ ਹੋਣ। ਜੇ ਉਹਦੇ ਕੋਲ ਡਰਾਈਵਰ ਹੈ ਨਹੀਂ ਜਾਂ ਉਹਨਾਂ ਦੀ ਰਿਪੇਅਰ ਨਹੀਂ ਹੈਗੀ, ਪਰ ਇਹ ਕਾਹਦੇ ਨਾਂ 'ਤੇ ਤਰੱਕੀਆਂ ਨੇ? ਪਰ ਅਸੀਂ ਜਿੱਥੇ ਹੁਣ ਸਾਰੇ ਕਿਸਾਨ ਭਰਾਵਾਂ ਨੂੰ ਇਹ ਵੀ ਅਪੀਲ ਕਰਦੇ ਹਾਂ, ਸਰਕਾਰਾਂ ਤੋਂ ਤਾਂ ਅਸੀਂ ਮੁਆਵਜ਼ਾ ਲਵਾਂਗੇ ਹੀ, ਜੋ ਹੁਣ ਸਾਰੀ ਇਹ ਤਹਿਸੀਲਦਾਰ ਸਾਹਿਬ ਇਹਦੀ ਪੂਰੀ ਦੱਸਣਗੇ, ਰਿਪੋਰਟ ਬਣਾਉਣਗੇ, ਉਦੋਂ ਬਾਅਦ ਅਸੀਂ ਐਸਡੀਐਮ ਸਾਹਿਬ ਨੂੰ ਮਿਲਾਂਗੇ ਤੇ ਪੂਰਾ ਡਟ ਕੇ, ਚਾਹੇ ਸਾਨੂੰ ਜੋ ਮਰਜ਼ੀ ਸੰਘਰਸ਼ ਕਰਨਾ ਪਵੇ, ਅਸੀਂ ਪੂਰਾ ਮੁਆਵਜ਼ਾ ਲਵਾਂਗੇ। ਤੇ ਮੈਂ ਨਾਲ ਇਹ ਵੀ ਬੇਨਤੀ ਕਰੂੰ ਸਾਡੇ ਭਾਈਚਾਰੇ ਨੂੰ, ਕਿਉਂਕਿ ਇਸ ਵਾਰ ਵੀ ਪਹਿਲਾਂ ਵੀ ਜਦੋਂ ਹੋਇਆ ਕਿ ਆਪਾਂ ਇੱਕ ਦੂਜੇ ਦਾ ਸਾਥ ਦੇ ਕੇ ਹੀ ਸਾਡਾ ਸਰਨਾ। ਜਿਹੜੇ ਵੀਰਾਂ ਦੇ ਘਰੇ ਇੱਕ ਦਾਣਾ ਨਹੀਂ ਗਿਆ, ਜਿਨ੍ਹਾਂ ਦੇ ਘਰੇ ਇੱਕ ਤੂੜੀ ਨਹੀਂ ਗਈ, ਤੇ ਮੈਂ ਉਹ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਆਪਾਂ ਹੀ ਇੱਕ ਦੂਜੇ ਦਾ ਸਾਥ ਦੇਣਾ ਵਾ। ਆਪਾਂ ਉਹਨਾਂ ਲਈ ਖਾਣ ਲਈ ਦਾਣੇ ਤਾਂ ਕਰਕੇ ਇਕੱਠੇ ਕਰਕੇ ਦੇ ਸਕਦੇ ਹਾਂ, ਇੱਕ ਦੂਜੇ ਦੀ ਮਦਦ ਕਰ ਸਕਦੇ ਹਾਂ। ਆਪਾਂ ਉਹਨਾਂ ਲਈ ਤੂੜੀ ਦਾ ਪ੍ਰਬੰਧ ਵੀ ਕਰ ਸਕਦੇ ਹਾਂ। ਜੇ ਆਪਾਂ 2-2 4-4 ਪੰਡਾਂ ਤੂੜੀ ਦੀਆਂ ਦੇਵਾਂਗੇ ਤਾਂ ਉਹਨਾਂ ਦਾ ਜਿੰਨਾ ਕੁ ਵੀ ਉਹ ਆਪਾਂ ਉਹਨਾਂ ਲਈ ਆਪ ਕਰ ਸਕਦੇ ਹਾਂ ਉਹ ਤਾਂ ਜ਼ਰੂਰ ਕਰੀਏ। ਤੇ ਸਰਕਾਰ ਤੋਂ ਆਪਾਂ ਪੂਰਾ ਡਟ ਕੇ ਉਹਨਾਂ ਤੋਂ ਜੋ ਵੀ ਉਹਨਾਂ ਦਾ ਮੁਆਵਜ਼ਾ ਬਣਦਾ ਵਾ ਉਹ ਅਸੀਂ ਜ਼ਰੂਰ ਲਵਾਂਗੇ। ਉੱਥੇ ਸਾਡੀ ਜਥੇਬੰਦੀ ਵੀ ਨਾਲ ਖੜੀ ਆ, ਠੋਕ ਕੇ ਖੜੀ ਆ, ਪਿੰਡ ਦੇ ਲੋਕਾਂ ਦੇ ਨਾਲ ਤੇ ਸਾਡੇ ਕਿਸਾਨਾਂ ਮਜ਼ਦੂਰਾਂ ਭਰਾਵਾਂ ਦੇ ਨਾਲ, ਤੇ ਅਸੀਂ ਰਲ ਕੇ ਸੰਘਰਸ਼ ਨੂੰ ਇਹਨੂੰ ਪੂਰਾ ਸਾਡੇ ਲੋਕਾਂ ਨੂੰ ਮੁਆਵਜ਼ਾ ਦਿਵਾਵਾਂਗੇ। ਤੇ ਅਸੀਂ ਸਰਕਾਰ ਨੂੰ ਇਹ ਅਪੀਲ ਕਰਦੇ ਹਾਂ ਕਿ ਹਰ ਵਾਰ ਕਿਸਾਨ ਇੱਕ ਤਾਂ ਖੁੱਲ੍ਹੇ ਅਸਮਾਨ ਥੱਲੇ ਖੜਾ, ਜਿਹਨੂੰ ਇਹ ਪਤਾ ਨਹੀਂ ਘਰੇ ਫਸਲ ਜਾਣੀ ਆ ਕਿ ਨਹੀਂ ਜਾਣੀ, ਕੋਈ ਅੱਜ ਤੱਕ ਇੰਸ਼ੋਰੈਂਸਾਂ ਨਹੀਂ ਹੋਈਆਂ, ਤੇ ਇਹੋ ਜਿਹੀਆਂ ਘਟਨਾ ਵਾਪਰਦੀਆਂ ਨੇ, ਇਹਨਾਂ ਲਈ ਬਹੁਤ ਪ੍ਰਬੰਧ ਨਹੀਂ ਕਰਦੇ। ਠੀਕ ਆ, ਤਾਂ ਕੁਦਰਤੀ ਹੋ ਗਈ। ਜਿਹੜੀ ਆ ਕੱਲ੍ਹ ਰਾਏਕੋਟ ਦੇ ਵਿੱਚ ਦੱਸ ਰਹੇ ਆ ਕਿ ਟਰਾਂਸਫਾਰਮ ਦੇ ਵਿੱਚ ਸਪਾਰਕ ਹੋ ਕੇ ਉੱਥੇ ਕਿੰਨਾ ਨੁਕਸਾਨ ਹੋ ਗਿਆ, ਫਿਰ ਉਹ ਪਾਵਰਕੌਮ ਉਹਦਾ ਜ਼ਿੰਮੇਵਾਰ ਨਹੀਂ ਬਣਦਾ? ਪਾਵਰਕੌਮ ਜ਼ਿੰਮੇਵਾਰ, ਬਿੱਲ ਨਾ ਭਰੇ ਤਾਂ ਲੋਕਾਂ ਦੇ ਕਨੈਕਸ਼ਨ ਕੱਟਣ ਆ ਜਾਂਦੇ ਆ। ਜਦੋਂ ਇਹਨਾਂ ਦੀਆਂ ਇਹੋ ਜਿਹੀਆਂ ਗਲਤੀਆਂ ਨਾਲ ਇਹ ਕੰਮ ਹੁੰਦਾ, ਫਿਰ ਉਦੋਂ ਕਿੱਥੇ ਗਏ ਹੁੰਦੇ ਆ? ਵੀ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ। ਸੋ ਇਸ ਕਰਕੇ ਸਾਰੀਆਂ ਚੀਜ਼ਾਂ 'ਤੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ। ਨਵੀਂ ਸਰਕਾਰ ਬਣੀ ਹੈ, 1 ਮਹੀਨਾ ਹੋ ਚੱਲਿਆ, ਜੋ ਦੇਖਦੇ ਹਾਂ ਕਿ ਉਹ ਇਸ ਚੀਜ਼ 'ਤੇ ਸਾਡੇ ਲੋਕਾਂ ਲਈ ਕਿੰਨਾ ਕੁ ਮੁਆਵਜ਼ਾ ਕਰਦੇ ਆ। ਪਰ ਅਸੀਂ ਠੋਕ ਕੇ ਮੰਗ ਕਰਦੇ ਹਾਂ ਕਿ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇ। ਧੰਨਵਾਦ। ਅੱਜ ਪਿੰਡ ਹੇਰਾਂ 'ਚ ਤਹਿਸੀਲਦਾਰ ਸਾਹਿਬ ਤੇ ਖੇਤੀਬਾੜੀ ਵਿਭਾਗ ਵੱਲੋਂ ਦੌਰਾ ਕੀਤਾ ਗਿਆ ਜੀ। ਉਹਨਾਂ ਨੇ ਪਟਵਾਰੀ ਸਾਹਿਬ ਵੀ ਨਾਲ ਹਾਜ਼ਰ ਸਨ। ਸਾਰੇ ਜੋ ਕੱਲ੍ਹ ਆਪਣੇ ਪਿੰਡ ਹੇਰਾਂ ਦੀ ਅਤੇ ਸੱਜਾਵਾਲ ਦੀ ਕਣਕ ਦੀ ਫਸਲ ਦਾ ਅੱਗ ਲੱਗਣ ਦਾ ਨੁਕਸਾਨ ਹੋਇਆ, ਉਹਦੇ ਬਾਰੇ ਸਾਰੀ ਰਿਪੋਰਟ ਉਹਨਾਂ ਨੇ ਹਾਸਲ ਕੀਤੀ ਆ। ਅਤੇ ਸਾਰੇ ਫਾਰਮਰਾਂ ਦਾ ਜਿਹਦਾ ਜਿੰਨਾ ਨੁਕਸਾਨ ਹੋਇਆ ਉਹਨੇ ਏਕੜ ਲੈ ਕੇ ਡੀਸੀ ਸਾਹਿਬ ਨੂੰ ਰਿਪੋਰਟ ਪੇਸ਼ ਕਰਨਗੇ।
ਤੇ ਅਸੀਂ ਸਾਰੇ ਪਿੰਡ ਵਾਸੀ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਰਿਪੋਰਟ ਸਰਕਾਰ ਕੋਲੇ ਜਾ ਚੁੱਕੀ ਆ ਤੇ ਜਿੰਨਾ ਹਰੇਕ ਜ਼ਿਮੀਂਦਾਰ ਦਾ ਨੁਕਸਾਨ ਹੋਇਆ ਜੀ ਉਹਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਸਰਕਾਰ ਦਾ ਧੰਨਵਾਦ ਕਰਾਂਗੇ ਜੀ।